हाँ जी, नेक्स्ट है न्यूक्लियर एंड रेडिएशन फिजिक्स। इज द फर्स्ट चैप्टर है जनरल प्रॉपर्टीज़ ऑफ द न्यूक्लीयस। फर्स्ट टॉपिक है कॉन्स्टिट्यूएंट ऑफ न्यूक्लीयस। ਇਸ ਦੇ ਵਿੱਚ ਜਿਵੇਂ ਹੁਣ ਤੁਹਾਡੇ ਕੋਲ ਰਦਰਫੋਰਡ ਨੇ ਐਕਸਪੈਰੀਮੈਂਟ ਕੀਤਾ ਸੀ, ਉਸ ਦੇ ਵਿੱਚ ਉਸਨੇ ਕੀ ਫਾਈਂਡ ਆਊਟ ਕੀਤਾ ਵੀ ਜਿਹੜਾ ਸਾਈਜ਼ ਹੈਗਾ ਨਿਊਕਲੀਅਸ ਦਾ ਉਹ ਵੈਰੀ ਸਮੋਲ ਹੈ ਅਤੇ ਡੈਂਸਿਟੀ ਉਸ ਦੀ ਕੀ ਹੈ ਵੈਰੀ ਲਾਰਜ ਹੈ। ਠੀਕ ਹੈ। ਨੈਚੁਰਲ ਰੇਡੀਐਕਟੀਵਿਟੀ ਨੇ ਸੁਜੈਸਟ ਕੀਤਾ ਵੀ ਨਿਊਕਲੀਅਸ ਆਪਣੇ ਕੋਲ ਕੰਪੈਕਟ ਹੈ, ਇਸ ਦੇ ਵਿੱਚ ਸੈਵਰਲ ਜਿਹੜੇ ਪਾਰਟੀਕਲਸ ਆ ਉਹ ਇਮਿਟ ਕਰਦੇ ਆ, ਜਿਵੇਂ ਅਲਫਾ ਪਾਰਟੀਕਲ, ਬੀਟਾ ਐਂਡ ਗਾਮਾ ਰੇਜ਼। ਠੀਕ ਹੈ। ਸਟੱਡੀ ਹੈਗੀ ਅਲਫਾ ਅਤੇ ਗਾਮਾ ਰੇ ਦੀ, ਉਹ ਰਿਵੀਲ ਕਰ ਰਹੀ ਹੈ ਡਿਸਕ੍ਰੀਟ ਲੈਬਲਸ ਇਨ ਦਾ ਨਿਊਕਲੀਅਸ, ਬਟ ਬੀਟਾ ਪਾਰਟੀਕਲ ਦਾ ਜਿਹੜਾ ਸਪੈਕਟਰਮ ਹੈ ਉਹ ਸੁਜੈਸਟ ਕਰ ਰਿਹਾ ਨਿਊ ਪਾਰਟੀਕਲ ਨਿਊਟਰੀਨੋ ਨੂੰ। ਹੁਣ ਸੈਵਰਲ ਜਿਹੜੀਆਂ ਥਿਊਰੀਜ਼ ਆ ਉਹ ਪ੍ਰਪੋਜ਼ ਕੀਤੀਆਂ ਗਈਆਂ ਨਿਊਕਲੀਅਰ ਕੌਂਸਟੀਟਿਊਟਸ ਨੂੰ ਦੇਖਣ ਦੇ ਲਈ, ਪਤਾ ਕਰਨ ਦੇ ਲਈ। ਫਸਟ ਥਿਊਰੀ ਹੈ ਇਲੈਕਟ੍ਰੋਨ ਪ੍ਰੋਟਨ ਥਿਊਰੀ। ਇਹ ਜਿਹੜੀ ਥਿਊਰੀ ਹੈ ਇਸ ਦੀ ਡਿਸਕਵਰੀ ਕੀਤੀ ਹੈ, ਇਸ ਦੀ ਡਿਸਕਵਰੀ ਹੋਣ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਡਿਸਕਵਰੀ ਹੋਈ ਹੈ ਨਿਊਟਰਨ ਦੀ ਬਾਈ ਚਾਰਡਵਿਕ ਦੇ ਨਾਲ। ਪ੍ਰੋਟਨ ਦੇ ਜਿਹੜੇ ਇਲੈਕਟ੍ਰੋਨ ਨੇ ਕੰਸੀਡਰ ਕਰਦੇ ਸੀ ਬਿਲਡਿੰਗ ਬਲੌਕ ਹੈਗੇ ਆ ਨਿਊਕਲੀਅਸ ਦੀ। ਮਤਲਬ ਨਿਊਟਰਨ ਦੀ ਡਿਸਕਵਰੀ ਤੋਂ ਪਹਿਲਾਂ ਹੀ ਆਪਣੇ ਕੋਲ ਜਿਹੜੇ ਪ੍ਰੋਟੋਨ ਅਤੇ ਇਲੈਕਟ੍ਰੋਨ ਦੀ ਡਿਸਕਵਰੀ ਹੋ ਚੁੱਕੀ ਸੀ, ਅਤੇ ਇਲੈਕਟ੍ਰੋਨ ਅਤੇ ਪ੍ਰੋਟੋਨ ਨੂੰ ਆਪਾਂ ਮੰਨ ਕੇ ਚੱਲਦੇ ਹਾਂ ਵੀ ਉਹ ਤੁਹਾਡੇ ਕੋਲ ਬਿਲਡਿੰਗ ਬਲੌਕ ਹੈਗੇ ਆ ਨਿਊਕਲੀਅਸ ਦੀ। ਠੀਕ ਹੈ। ਇਸ ਐਕਸਪੈਰੀਮੈਂਟ ਦੇ ਨਾਲ ਕੁਝ ਫੈਕਟ ਹੈਗੇ ਆ ਜਿਹੜੇ, ਜਿਵੇਂ ਫਸਟ ਹੈ ਇਲੈਕਟ੍ਰੋਨ ਆਰ ਐਮਿਟਡ ਬਾਈ ਰੇਡੀਓਐਕਟਿਵ ਨਿਊਕਲੀਆ ਇਨ ਬੀਟਾ ਡੀਕੇ ਪ੍ਰੋਸੈਸ। ਬੀਟਾ ਡੀਕੇ ਪ੍ਰੋਸੈਸ ਦੇ ਵਿੱਚ ਇਲੈਕਟ੍ਰੋਨ ਹੈ ਜਿਹੜੇ ਐਮਿਟ ਹੋ ਰਹੇ ਹੈ। ਮਾਸ ਸਪੈਕਟਰਮ ਡਾਟਾ ਤੋਂ ਆਪਾਂ ਕੀ ਫਾਈਂਡ ਆਊਟ ਕਰਦੇ ਹਾਂ, ਜਿਹੜੇ ਮਾਸਿਸ ਹੈਗੇ ਡਿਫਰੈਂਟ ਨਿਊਕਲੀਆਈ ਦੇ ਉਹ ਹੋਲ ਨੰਬਰ ਹੈ, ਹੋਲ ਨੰਬਰ ਮਲਟੀਪਲ ਹੈਗੇ ਮਾਸ ਆਫ ਹਾਈਡਰੋਜਨ ਦੇ ਨਾਲ। ਠੀਕ ਹੈ। ਤਾਂ ਹਾਈਡਰੋਜਨ ਜਿਹੜਾ ਨਿਊਕਲੀਅਸ ਹੈ ਉਸ ਨੂੰ ਆਪਾਂ ਨਾਮ ਦੇ ਸਕਦੇ ਹਾਂ ਪ੍ਰੋਟੋਨ ਦਾ। ਸਲਾਈਟਲੀ ਚੇਂਜ ਫਰੋਮ ਹੋਲ ਨੰਬਰ ਵਾਜ਼ ਐਕਸਪਲੇਨ ਬਾਈ ਦਾ ਪ੍ਰੈਜ਼ੈਂਸ ਆਫ 2 or more ਆਈਸੋਟੋਪਸ। ਇਹ ਜਿਹੜਾ ਅਬਜ਼ਰਵੇਸ਼ਨ ਹੈ ਇਹ ਕਨਫਰਮ ਕਰ ਰਿਹਾ ਜਿਹੜੇ ਪ੍ਰੋਟੋਨ ਹੈ ਉਹ ਇਨਸਾਈਡ ਦਾ ਐਟਮ ਕੀ ਕਰ ਰਹੀ ਹੈ ਤੁਹਾਡੇ ਕੋਲ ਹੈਗੇ ਆ। ਠੀਕ ਹੈ। ਅਗਰ ਹੁਣ ਆਪਣੇ ਕੋਲ ਆਪਾਂ ਮੰਨ ਕੇ ਚੱਲਦੇ ਹਾਂ ਵੀ ਐਟਮ ਹੈ ਜਿਹੜਾ ਹੋਲ ਨਿਊਟਰਲ ਹੈ। ਠੀਕ ਹੈ। ਨਿਊਟਰਲ ਦਾ ਮੀਨਿੰਗ ਹੈਗਾ ਵੀ ਜਿਹੜੇ ਤੁਹਾਡੇ ਕੋਲ ਨੰਬਰ ਆਫ ਪ੍ਰੋਟੋਨਸ ਹੈ ਅਤੇ ਨੰਬਰ ਆਫ ਇਲੈਕਟ੍ਰੋਨ ਹੈ ਉਹ ਐਟਮ ਦੇ ਵਿੱਚ ਇਕੁਅਲ ਹੈ। ਹੁਣ ਕੁਛ ਜਿਹੜੇ ਇਲੈਕਟ੍ਰੋਨ ਨੇ ਉਹਨਾਂ ਨੂੰ ਆਪਾਂ ਕੰਸੀਡਰ ਕਰਕੇ ਚੱਲਦੇ ਹਾਂ ਵੀ ਇਨਸਾਈਡ ਹੈਗੇ ਆ ਨਿਊਕਲੀਅਸ ਦੇ, ਕਈਆਂ ਨੂੰ ਆਪਾਂ ਕੰਸੀਡਰ ਕਰਕੇ ਚੱਲਦੇ ਹਾਂ ਵੀ ਆਊਟਸਾਈਡ ਹੈਗੇ ਆ। ਹੁਣ ਜਿਵੇਂ ਤੁਹਾਡੇ ਕੋਲ ਨਾਈਟ੍ਰੋਜਨ ਹੈ ਉਸ ਦੇ ਵਿੱਚ ਕੰਸੀਡਰ ਕਰੋ ਵੀ 14 ਜਿਹੜੇ ਪ੍ਰੋਟੋਨ ਹੈ ਅਤੇ 14 ਹੀ ਇਲੈਕਟ੍ਰੋਨ ਨੇ। ਠੀਕ ਹੈ। ਤਾਂ ਕੁਛ ਜਿਹੜੇ ਇਲੈਕਟ੍ਰੋਨ ਇਨਸਾਈਡ ਦਾ ਨਿਊਕਲੀਅਸ ਹੈ, ਮੀਨਸ ਉਹ 7 ਲਗਾ ਲਓ, ਅਤੇ 7 ਹੀ ਆਊਟਸਾਈਡ ਦਾ ਨਿਊਕਲੀਅਸ ਹੈ। ਤਾਂ ਪੂਰੇ ਦਾ ਪੂਰਾ ਜਿਹੜਾ ਐਟਮ ਹੈ ਨਾਈਟ੍ਰੋਜਨ ਐਟਮ ਉਹ ਕੀ ਹੋ ਜਾਏਗਾ ਨਿਊਟਰਲ। ਠੀਕ ਹੈ। ਤਾਂ ਜਿਹੜਾ ਮਾਸ ਹੈਗਾ ਇਲੈਕਟ੍ਰੋਨ ਦਾ ਉਹ ਨੈਗਲੀਜੀਬਲੀ ਸਮਾਲ ਹੈਗਾ ਪ੍ਰੋਟੋਨ ਦੇ ਮਾਸ ਦੇ ਨਾਲ। ਬਟ ਇਸ ਦੇ ਵਿੱਚ ਜਿਹੜੇ ਬਹੁਤ ਸਾਰੇ ਐਵੇਂ ਦੇ ਰੀਜ਼ਨਸ ਹੈ ਜਿਨ੍ਹਾਂ ਦੇ ਕਾਰਨ ਐਗਜ਼ਿਸਟੈਂਸ ਹੈ ਜਿਹੜੀ ਇਲੈਕਟ੍ਰੋਨਸ ਦੀ ਇਨ ਦਾ ਨਿਊਕਲੀਅਸ ਉਸ ਨੂੰ ਆਪਾਂ ਕੀ ਕਰ ਸਕਦੇ ਹਾਂ ਨਿਗਲੈਕਟ ਕਰ ਸਕਦੇ ਹਾਂ। ਠੀਕ ਹੈ। ਰੀਜ਼ਨਸ ਫॉर ਨॉन ਐਗਜ਼ਿਸਟੈਂਸ ਆਫ ਇਲੈਕਟ੍ਰੋਨ ਇਨ ਦਾ ਨਿਊਕਲੀਅਸ। ਫਸਟ ਹੈਗਾ ਵੇ ਮਕੈਨੀਕਲ ਕੰਸੀਡਰੇਸ਼ਨ। ਇਸ ਦੇ ਵਿੱਚ ਹੁਣ ਜਿਹੜਾ ਨਿਊਕਲੀਅਸ ਦਾ ਰੇਡੀਅਸ ਹੈ ਕਿਸੇ ਵੀ ਐਟਮ ਦਾ ਉਸ ਦਾ ਆਰਡਰ ਹੋ ਸਕਦਾ 10⁻⁴ ਮੀਟਰ। ਅਗਰ ਇਲੈਕਟ੍ਰੋਨ ਇਨਸਾਈਡ ਦਾ ਨਿਊਕਲੀਅਸ ਹੈਗਾ, ਠੀਕ ਹੈ, ਤਾਂ ਉਸ ਦੀ ਜਿਹੜੀ ਅਨਸਰਟੇਨਟੀ ਹੈਗੀ ਆ ਪੋਜੀਸ਼ਨ ਦੇ ਵਿੱਚ ਡੈਲਟਾ ਐਕਸ ਦੀ ਵੈਲਿਊ ਉਹ ਕੀ ਹੋਏਗੀ ਇਕੁਅਲ ਟੂ ਹੋਏਗੀ ਡਾਇਆਮੀਟਰ ਆਫ ਨਿਊਕਲੀਅਸ ਦੇ ਵਿੱਚ, ਮੀਨਸ ਉਸ ਦੀ ਵੈਲਿਊ ਆ ਸਕਦੀ ਹੈ 2 × 10⁻⁴ ਮੀਟਰ। ਤਾਂ ਹੈਸਨਬਰਗ ਜਿਹੜਾ ਅਨਸਰਟੇਨਟੀ ਰਿਲੇਸ਼ਨਸ਼ਿਪ ਹੈ ਉਸ ਦੇ ਅਕੋਰਡਿੰਗ ਡੈਲਟਾ ਪੀ ਦੀ ਵੈਲਿਊ ਆ ਜਾਏਗੀ H⁻ ਡੈਲਟਾ X, ਅਤੇ ਇਸ ਦੇ ਵਿੱਚ H⁻ ਦੀ ਵੈਲਿਊ ਪੁੱਟ ਕਰਾਂਗੇ, ਡੈਲਟਾ X ਦੀ ਵੈਲਿਊ ਪੁੱਟ ਕਰਾਂਗੇ, ਦੈਨ ਡੈਲਟਾ ਪੀ ਦੀ ਵੈਲਿਊ ਆ ਜਾਏਗੀ 0.527 × 10⁻20 ਜੂਲ ਸੈਕਿੰਡ ਪਰ ਮੀਟਰ। ਹੁਣ ਜਿਹੜੀ ਐਨਰਜੀ ਹੈ ਇਲੈਕਟ੍ਰੋਨ ਦੀ ਉਸ ਦਾ ਰਿਲੇਸ਼ਨ ਹੈ E = √P²C² + m0² C⁴। ਇਸ ਦੇ ਵਿੱਚ ਹੁਣ ਜਿਹੜੀ ਰੈਸਟ ਮਾਸ ਐਨਰਜੀ ਆ ਉਹ ਉਸ ਦਾ ਆਰਡਰ ਬਹੁਤ ਜ਼ਿਆਦਾ ਥੋੜ੍ਹਾ ਹੈ, ਮੀਨਸ 0.511 ਮੈਗਾ ਇਲੈਕਟ੍ਰੋਨ ਵੋਲਟ ਹੈ, ਉਸਨੂੰ ਆਪਾਂ ਨਿਗਲੈਕਟ ਕਰ ਸਕਦੇ ਹਾਂ ਐਜ਼ ਕੰਪੇਅਰ ਟੂ ਦਾ ਵੈਲਿਊ ਆਫ PC ਦੇ ਨਾਲੋਂ।
ਤਾਂ ਨਿਗਲੈਕਟ ਕਰਨ ਤੋਂ ਬਾਅਦ ਇਸ ਦੇ ਵਿੱਚ ਪੀ ਦੀ ਵੈਲਿਊ ਸਬਸਟੀਟਿਊਟ ਕਰਾਂਗੇ, ਸੀ ਦੀ ਵੈਲਿਊ ਸਬਸਟੀਟਿਊਟ ਕਰਾਂਗੇ, ਦੈਨ ਇਲੈਕਟ੍ਰੋਨ ਈ ਦੀ ਜਿਹੜੀ ਵੈਲਿਊ ਉਹ ਆ ਜਾਏਗੀ 10 ਮੈਗਾ ਇਲੈਕਟ੍ਰੋਨ ਵੋਲਟ। ਇਸ ਦਾ ਮੀਨਿੰਗ ਕੀ ਹੈ ਵੀ ਇਲੈਕਟ੍ਰੋਨ ਹੈਗਾ ਜਿਹੜਾ ਐਗਜ਼ਿਸਟ ਕਰੇਗਾ ਇਨਸਾਈਡ ਦਾ ਨਿਊਕਲੀਅਸ ਜਦੋਂ ਉਸਦੀ ਜਿਹੜੀ ਐਨਰਜੀ ਆ ਉਹ ਕਿੰਨੀ ਹੋਣੀ ਚਾਹੀਦੀ ਹੈ 10 ਮੈਗਾ ਇਲੈਕਟ੍ਰੋਨ ਵੋਲਟ। ਪਰ ਜਦੋਂ ਆਪਾਂ ਵੇਖਦੇ ਹਾਂ ਐਕਸਪੈਰੀਮੈਂਟਲੀ ਰੇਡੀਐਕਟਿਵ ਜਿਹੜਾ ਨਿਊਕਲੀਆਈ ਹੈ ਜਦੋਂ ਉਸਦਾ ਬਿੱਟਾ ਡਿਕੇ ਹੋਏਗਾ ਤਾਂ ਇਲੈਕਟ੍ਰੋਨ ਕੀ ਹੋ ਰਿਹਾ ਅਮਿਟ, ਉਸਦੀ ਜਿਹੜੀ ਇਲੈਕਟ੍ਰੋਨ ਦੀ ਐਨਰਜੀ ਹੈ ਉਹ ਕਿੰਨੀ ਹੈਗੀ ਹੈ 3 to 4 ਮੈਗਾ ਇਲੈਕਟ੍ਰੋਨ ਵੋਲਟ। ਇਸ ਤੋਂ ਆਪਾਂ ਵੇਖ ਸਕਦੇ ਹਾਂ ਵੀ ਇਸ ਦੀ ਇਲੈਕਟ੍ਰੋਨ ਦੀ ਐਨਰਜੀ ਤਾਂ 3 to 4 ਮੈਗਾ ਇਲੈਕਟ੍ਰੋਨ ਵੋਲਟ ਹੈ, ਬਟ ਇੱਥੇ ਐਨਰਜੀ ਆ ਰਹੀ ਹੈ 10 ਮੈਗਾ ਇਲੈਕਟ੍ਰੋਨ ਵੋਲਟ। ਇੱਥੋਂ ਆਪਾਂ ਕਹਿ ਸਕਦੇ ਹਾਂ ਜਿਹੜੇ ਇਲੈਕਟ੍ਰੋਨ ਹੈਗੇ ਆ ਇਨਸਾਈਡ ਦਾ ਨਿਊਕਲੀਅਸ ਐਗਜ਼ਿਸਟ ਨਹੀਂ ਕਰਦੇ। ਉਸ ਤੋਂ ਬਾਅਦ ਹੈਗਾ ਨਿਊਕਲੀਅਰ ਸਪਿਨ। ਇਸ ਜਿਹੜੀ ਥਿਊਰੀ ਆ ਉਸ ਦੇ ਵਿੱਚ ਸਪਿਨ ਨੂੰ ਲੈ ਕੇ ਬਹੁਤ ਜ਼ਿਆਦਾ ਡਿਫੀਕਲਟੀਜ਼ ਆਈਆਂ, ਜਿਵੇਂ ਨਾਈਟ੍ਰੋਜਨ ਦੇ ਕੇਸ ਦੇ ਵਿੱਚ 14 ਪ੍ਰੋਟੋਨ ਹੈ, 14 ਪ੍ਰੋਟੋਨ ਦੀ ਸਪਿਨ 1/2 ਹੈਗੀ, 7 ਇਲੈਕਟ੍ਰੋਨ ਉਹਨਾਂ ਦੀ ਸਪਿਨ ਕੀ ਹੋਏਗੀ 1/2 ਮੀਨਸ ਟੋਟਲ ਆਪਣੇ ਕੋਲ 21 ਪਾਰਟੀਕਲ ਹੈ ਅਤੇ ਉਹਨਾਂ ਦੀ ਜਿਹੜੀ ਸਪਿਨ ਹੈ ਹਾਫ ਇੰਟੈਗਰਲ ਆਏਗੀ। ਬਟ ਐਕਸਪੈਰੀਮੈਂਟਲ ਜਿਹੜਾ ਡਾਟਾ ਉਸ ਦੇ ਬੇਸ ਦੇ ਉੱਪਰ ਆਪਾਂ ਫਾਈਂਡ ਆਊਟ ਕਰਦੇ ਹਾਂ ਜਿਹੜਾ ਨਾਈਟ੍ਰੋਜਨ ਨਿਊਕਲੀਅਸ ਹੈ ਉਸ ਦੀ ਸਪਿਨ ਇੰਟੈਗਰਲ ਹੈ, ਤਾਂ ਇੱਥੇ ਕੀ ਆ ਗਈ ਫਿਰ ਵਾਇਲੇਸ਼ਨ ਆ ਗਈ, ਦੈਟ ਮੀਨਸ ਆਪਣਾ ਜਿਹੜਾ ਹੈਗਾ ਇਲੈਕਟ੍ਰੋਨ ਇਨਸਾਈਡ ਦਾ ਨਿਊਕਲੀਅਸ ਐਗਜ਼ਿਸਟ ਨਹੀਂ ਕਰੇਗਾ। ਨਿਊਕਲੀਅਰ ਮੈਗਨੈਟਿਕ ਮੂਵਮੈਂਟ, ਹੁਣ ਜਿਹੜੀ ਮੈਗਨੈਟਿਕ ਮੂਵਮੈਂਟ ਹੈਗੀ ਹੈ ਇਲੈਕਟ੍ਰੋਨ ਦੀ ਉਹ ਤੁਹਾਡੇ ਕੋਲ 200 ਟਾਈਮਸ ਲਾਰਜਰ ਹੈ ਮੈਗਨੈਟਿਕ ਮੂਵਮੈਂਟ ਆਫ ਪ੍ਰੋਟਨ ਦੇ ਨਾਲ। ਜੇ ਇਲੈਕਟ੍ਰੋਨ ਐਗਜ਼ਿਸਟ ਕਰਦਾ ਇਨਸਾਈਡ ਦਾ ਨਿਊਕਲੀਅਸ ਤਾਂ ਕੀ ਹੋਏਗਾ ਜਿਹੜੀ ਮੈਗਨੈਟਿਕ ਮੂਵਮੈਂਟ ਹੈਗੀ ਇਲੈਕਟ੍ਰੋਨ ਦੀ ਉਹ ਡੋਮੀਨੇਟ ਕਰੇਗੀ, ਠੀਕ ਹੈ। ਬਟ ਐਕਸਪੈਰੀਮੈਂਟਲੀ ਕੀ ਫਾਈਂਡ ਆਊਟ ਕੀਤਾ ਜਿਹੜਾ ਮੈਗਨੈਟਿਕ ਮੂਵਮੈਂਟ ਹੈਗਾ ਨਿਊਕਲੀਅਸ ਦਾ ਉਹ ਮੱਚ ਸਮੋਲਰ ਹੋਣਾ ਚਾਹੀਦਾ ਮੈਗਨੈਟਿਕ ਮੂਵਮੈਂਟ ਆਫ ਇਲੈਕਟ੍ਰੋਨ ਦੇ ਨਾਲੋਂ, ਤਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਇਲੈਕਟ੍ਰੋਨ ਇਨਸਾਈਡ ਦਾ ਨਿਊਕਲੀਅਸ ਐਗਜ਼ਿਸਟ ਨਹੀਂ ਕਰੇਗਾ, ਠੀਕ ਹੈ। ਇਸ ਤਰੀਕੇ ਨਾਲ ਤੁਹਾਡੇ ਕੋਲ ਫਿਨਾਈਟ ਸਾਈਜ਼ ਆਫ ਇਲੈਕਟ੍ਰੋਨ ਅਤੇ ਵੇਵਲੈਂਥ ਇਹ ਜਿਹੜੇ ਹੈਗੇ ਆ ਦੋ ਫੈਕਟ ਵੀ ਸ਼ੋ ਕਰ ਰਹੇ ਆ ਇਲੈਕਟ੍ਰੋਨ ਕਾਂਟ ਐਗਜ਼ਿਸਟ ਇਨਸਾਈਡ ਦਾ ਨਿਊਕਲੀਅਸ। ਸੈਕਿੰਡ ਜਿਹੜੀ ਥਿਊਰੀ ਹੈ ਉਹ ਹੈਗੀ ਨਿਊਟਰਨ ਪ੍ਰੋਟੋਨ ਥਿਊਰੀ। ਜਿਹੜੀ ਫਸਟ ਥਿਊਰੀ ਆਪਾਂ ਸਟੱਡੀ ਕੀਤੀ ਆ ਪ੍ਰੋਟੋਨ ਇਲੈਕਟ੍ਰੋਨ ਥਿਊਰੀ, ਜਦੋਂ ਇਹ ਵਾਲੀ ਥਿਊਰੀ ਫੇਲ ਹੋ ਗਈ ਦੈਨ ਕੀ ਹੈ ਹੋ ਗਿਆ ਤੁਹਾਡੇ ਕੋਲ ਕੀ ਹੈ ਇੱਕ ਨਿਊ ਪਾਰਟੀਕਲ ਹੈਗਾ ਜਿਹੜਾ ਕੰਬੀਨੇਸ਼ਨ ਆਫ ਪ੍ਰੋਟੋਨ ਅਤੇ ਇਲੈਕਟ੍ਰੋਨ ਦਾ ਨਿਊ ਪਾਰਟੀਕਲ ਫਾਰਮ ਹੋਇਆ ਉਸ ਨੂੰ ਆਪਾਂ ਕਹਿ ਸਕਦੇ ਹਾਂ ਨਿਊਟਰੋਨ, ਠੀਕ ਹੈ। ਇਹ ਜਿਹੜੀ ਪ੍ਰੈਡਿਕਸ਼ਨ ਹੈਗੀ ਹੈ ਇਹ ਚੈਡਵਿਕ ਨੇ ਦਿੱਤੀ ਸੀ, ਜੇਮਸ ਚੈਡਵਿਕ ਸੀ। ਉਸ ਨੇ ਕੀ ਅਬਜ਼ਰਵ ਕੀਤਾ ਜਿਹੜੀ ਬਰੀਲੀਅਮ ਫੋਇਲ ਹੈ ਉਸ ਦੇ ਉੱਪਰ ਜਦੋਂ ਹਾਈ ਸਪੀਡ ਅਲਫਾ ਪਾਰਟੀਕਲ ਦੀ ਬੰਬਾਰਡਮੈਂਟ ਹੋਈ ਤਾਂ ਜਿਹੜੇ ਰੇਡੀਏਸ਼ਨ ਐਮਿਟ ਹੋ ਰਹੀ ਹੈ ਉਹ ਕੀ ਹੈ ਉਸ ਦੇ ਵਿੱਚ ਅਨਚਾਰਜ ਪਾਰਟੀਕਲ ਹੈ, ਤਾਂ ਚੈਡਵਿਕ ਨੇ ਜਿਹੜੇ ਅਨਚਾਰਜ ਨਿਊਟਰਲ ਪਾਰਟੀਕਲਸ ਹੈ ਉਹਨਾਂ ਨੂੰ ਨਾਮ ਦਿੱਤਾ ਨਿਊਟਰੋਨਸ। ਤਾਂ ਜਿਹੜੇ ਇਹ ਵਾਲੇ ਨਿਊਟਰਲ ਪਾਰਟੀਕਲ ਹੈ ਇਹਨਾਂ ਦਾ ਮਾਸ 1.675 × 10⁻20 kg ਹੈ, ਜਾਂ AMU ਦੇ ਵਿੱਚ ਆਪਾਂ ਲਿਖ ਸਕਦੇ ਹਾਂ 1.00866, ਠੀਕ ਹੈ। ਅਤੇ ਜਿਹੜੀ ਪੈਨੀਟ੍ਰੇਸ਼ਨ ਪਾਵਰ ਹੈਗੀ ਹੈ ਨਿਊਟਰਨ ਦੀ ਉਹ ਗ੍ਰੇਟਰ ਦੈਨ ਹੋਏਗੀ ਅਲਫਾ ਪਾਰਟੀਕਲਸ ਦੇ ਨਾਲੋਂ। ਤਾਂ ਜਿਹੜਾ ਪ੍ਰੋਟੋਨਸ ਦੀ ਤਰ੍ਹਾਂ ਨਿਊਟਰਨਸ ਦੇ ਵਿੱਚ ਕੀ ਹੋਏਗਾ ਕੰਟਰੀਬਿਊਸ਼ਨ ਹੋਏਗੀ ਮਾਸ ਆਫ ਐਟਮ ਦੀ, ਮਤਲਬ ਮਾਸ ਆਫ ਐਟਮ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈਗੀ ਆ ਨਿਊਟਰਨ ਦੇ ਮਾਸ ਦੀ, ਅਤੇ ਮਾਸ ਹੈਗਾ ਜਿਹੜਾ ਐਟਮ ਦਾ ਔਨ ਐਟੋਮਿਕ ਵੇਟ ਸਕੇਲ ਇਜ਼ ਇਕੁਅਲ ਟੂ ਸਮ ਆਫ ਪ੍ਰੋਟਨ ਐਂਡ ਨਿਊਟਰਨਸ। ਜਿੰਨੇ ਉਸਦੇ ਵਿੱਚ ਪ੍ਰੋਟਨ ਹੈ ਅਤੇ ਨਿਊਟਰਨ ਉਹਨਾਂ ਦੇ ਮਾਸ ਦੇ ਸਮ ਦੇ ਇਕੁਅਲ ਹੈਗਾ ਟੋਟਲ ਮਾਸ ਆਫ ਐਟਮ। ਡਿਸਕਵਰੀ ਆਫ ਨਿਊਟਰਨ ਤੋਂ ਬਾਅਦ ਇੱਕ ਹਾਈਪੋਥੀਸਿਸ ਹੋਇਆ ਫॉर ਕੌਨਸਟੀਟਿਊਸ਼ਨ ਆਫ ਨਿਊਕਲੀਅਸ। ਇਸ ਹਾਈਪੋਥੀਸਿਸ ਦੇ ਅਕੋਰਡਿੰਗ ਜਿਹੜਾ ਹਰ ਇੱਕ ਨਿਊਕਲੀਅਸ ਹੈ ਉਸ ਦੇ ਵਿੱਚ ਪ੍ਰੋਟਨ ਅਤੇ ਨਿਊਟਰਨ ਹੈਗੇ ਆ, ਠੀਕ ਹੈ। ਤਾਂ ਟੋਟਲ ਨੰਬਰ ਆਫ ਜਿਹੜੇ 2 ਟਾਈਪਸ ਆਫ ਪਾਰਟੀਕਲ ਉਹ ਇਕੁਅਲ ਟੂ ਹੋਣਗੇ ਏ ਦੀ, ਮੀਨਸ ਏ ਇਜ਼ ਇਕੁਅਲ ਟੂ Z ਪਲੱਸ N। ਤਾਂ ਨੰਬਰ ਆਫ ਪ੍ਰੋਟੋਨ ਇਜ਼ ਇਕੁਅਲ ਟੂ ਨਿਊਕਲੀਅਰ ਚਾਰਜ Z ਦੇ ਇਕੁਅਲ ਹੈ। ਤਾਂ ਨੰਬਰ ਆਫ ਨਿਊਟਰਨ ਇਜ਼ ਗਿਵਨ ਬਾਈ A ਮਾਈਨਸ Z। ਤਾਂ ਨੰਬਰ ਆਫ ਨਿਊਟਰਨ ਦੀ ਵੈਲਿਊ ਕੀ ਆ ਜਾਏਗੀ A ਮਾਈਨਸ Z। ਹੁਣ ਇਹ ਵਾਲੀ ਜਿਹੜੀ ਥਿਊਰੀ ਹੈਗੀ ਆ ਪ੍ਰੋਟੋਨ ਨਿਊਟਰਨ ਹਾਈਪੋਥੀਸਿਸ, ਇਸ ਨੂੰ ਕੁਝ ਫੈਕਟ ਹੈਗੇ ਜਿਹੜੇ ਸਪੋਰਟ ਕਰ ਰਹੇ ਆ। ਫਸਟ ਹੈਗਾ ਵੇਵ ਮਕੈਨੀਕਲ ਕੰਸੀਡਰੇਸ਼ਨ, ਜਿਵੇਂ ਤੁਹਾਡੇ ਕੋਲ ਡੈਲਟਾ ਐਕਸ ਦੀ ਵੈਲਿਊ ਆ ਜਾਏਗੀ 2 × 10⁻⁻14। ਡੈਲਟਾ ਪੀ ਦੀ ਵੈਲਿਊ ਆਪਾਂ ਕੈਲਕੂਲੇਟ ਕਰ ਸਕਦੇ ਹਾਂ 0.527 10⁻⁻20 ਕਿਲੋਗ੍ਰਾਮ ਮੀਟਰ ਪਰ ਸੈਕਿੰਡ।
ਇਸ ਦੇ ਵਿੱਚ ਆਪਾਂ ਕੀ ਕਰਾਂਗੇ, ਜਿਹੜੀ ਪੀ ਦੀ ਵੈਲਿਊ ਆ, ਪੀ ਦੀ ਵੈਲਿਊ ਅਪਰੋਕਸੀਮੇਟਲੀ ਆਰਡਰ ਹੈਗਾ 10⁻20 kg ਮੀਟਰ ਪਰ ਸੈਕਿੰਡ ਦਾ। ਇਸ ਦੇ ਵਿੱਚ ਪੀ ਦੀ ਵੈਲਿਊ ਇਸ ਰਿਲੇਸ਼ਨ ਦੇ ਵਿੱਚ ਸੀ ਦੀ ਵੈਲਿਊ, ਐਮ ਦੀ ਵੈਲਿਊ, ਸੀ ਦੀ ਵੈਲਿਊ ਪੁੱਟ ਕਰਾਂਗੇ ਤਾਂ ਜਿਹੜੀ ਐਨਰਜੀ ਆ ਉਹ ਆ ਜਾਏਗੀ ਤੁਹਾਡੇ ਕੋਲ 940 ਮੈਗਾ ਇਲੈਕਟ੍ਰੋਨ ਵੋਲਟ। ਹੁਣ ਇਹ ਜਿਹੜੀ ਐਨਰਜੀ ਹੈ ਉਹ ਸਲਾਈਟਲੀ ਗ੍ਰੇਟਰ ਹੈਗੀ ਆ ਰੈਸਟ ਐਨਰਜੀ ਆਫ ਪ੍ਰੋਟਨ ਦੇ ਨਾਲੋਂ। ਰੈਸਟ ਐਨਰਜੀ ਆਫ ਪ੍ਰੋਟਨ ਹੈਗੀ 938 ਮੈਗਾ ਇਲੈਕਟ੍ਰੋਨ ਵੋਲਟ, ਇਹ ਤੁਹਾਡੇ ਕੋਲ ਕੀ ਹੈ 940 ਮੀਨਸ ਸਲਾਈਟਲੀ ਕੀ ਹੈ ਗ੍ਰੇਟਰ ਹੈ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਜਿਹੜੇ ਪ੍ਰੋਟਨਸ ਤੇ ਨਿਊਟਰਨ ਨੇ ਉਹ ਐਗਜ਼ਿਸਟ ਕਰਨਗੇ ਇਨਸਾਈਡ ਦਾ ਨਿਊਕਲੀਅਸ। ਨਿਊਕਲੀਅਸ ਸਪਿਨ ਦੇ ਨਾਲ ਇਹ ਜਿਹੜੀ ਥਿਊਰੀ ਹੈ ਇਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਨਿਊਕਲੀਅਸ ਸਪਿਨ ਨੂੰ ਲੈ ਕੇ, ਕਿਉਂਕਿ ਜਿਹੜੇ ਪ੍ਰੋਟਨ ਤੇ ਨਿਊਟਰਨ ਹੈ ਉਹਨਾਂ ਦੀ ਸੇਮ ਸਪਿਨ ਹੈ 1/2। ਤਾਂ ਰਿਜ਼ਲਟੈਂਟ ਸਪਿਨ ਕੀ ਆ ਜਾਏਗੀ ਇਹ ਨਿਊਕਲੀਅਸ ਦੀ ਇੰਟੈਗਰਲ ਔਰ ਹਾਫ ਇੰਟੈਗਰਲ ਮਲਟੀਪਲ ਆਫ ਏ ਐਚ। ਜਿਵੇਂ ਤੁਹਾਡੇ ਕੋਲ ਏ ਕੀ ਹੈ ਈਵਨ ਹੋਏਗਾ ਜਾਂ ਔਡ ਹੋਏਗਾ। ਨਿਊਕਲੀਅਰ ਮੈਗਨੈਟਿਕ ਮੂਵਮੈਂਟ ਹੈਗਾ ਜਿਹੜਾ ਨਿਊਟਰਨ ਦੇ ਲਈ ਉਸ ਦਾ ਆਰਡਰ ਹੋਏਗਾ 2 ਨਿਊਕਲੀਅਰ ਮੈਗਨੇਟਨਸ। ਠੀਕ ਹੈ, ਇਹ ਵਾਲੀ ਜਿਹੜੀ ਵੈਲਿਊ ਹੈ ਅਪੋਜ਼ਿਟ ਸਾਈਨ ਦੀ ਹੋਏਗੀ ਪ੍ਰੋਟਨ ਦੇ ਨਾਲੋਂ, ਬਟ ਨਾਟ ਵੈਰੀ ਡਿਫਰੈਂਟ ਇਨ ਮੈਗਨੀਚਿਊਡ ਸੇਮ ਹੋਏਗਾ ਬਟ ਉਹਨਾਂ ਦੀ ਜਿਹੜੀ ਸਾਈਨ ਹੈ ਅਪੋਜ਼ਿਟ ਹੋ ਸਕਦਾ। ਤਾਂ ਇਹ ਜਿਹੜੀ ਵੈਲਿਊਜ਼ ਹੈਗੀਆਂ ਪ੍ਰੋਟਨ ਤੇ ਨਿਊਟਰਨ ਦੇ ਲਈ ਆਪਾਂ ਮੈਜ਼ਰ ਕਰਾਂਗੇ ਮੈਨੀ ਡਿਫਰੈਂਟ ਨਿਊਕਲੀਆਈ ਦੇ ਲਈ। ਠੀਕ ਹੈ, ਫਿਨਾਈਟ ਸਾਈਜ਼। ਹੁਣ ਨਿਊਟਰਨਸ ਦੇ ਵਿੱਚ ਜਿਹੜਾ ਸੇਮ ਮਾਸ ਹੈਗਾ ਉਹ ਸੇਮ ਹੈ ਪ੍ਰੋਟਨਸ ਦਾ, ਅਤੇ ਟੋਟਲ ਨੰਬਰ ਆਫ ਜਿਹੜੇ ਨਿਊਕਲੀਅਸ ਆ ਉਹ ਕਿਸ ਦੇ ਉੱਪਰ ਹੈਗੇ ਐਟੋਮਿਕ ਨੰਬਰ 'ਤੇ। ਮੀਨਸ ਇਸ ਦੇ ਵਿੱਚ ਕੋਈ ਡਿਫੀਕਲਟੀ ਨਹੀਂ ਹੈ ਨਿਊਕਲੀਅਸ ਟੂ ਹੈਵ ਨਿਊਟਰਨਸ ਇਟ, ਮੀਨਸ ਨਿਊਟਰਨਸ ਹੈਗੇ ਜਿਹੜਾ ਉਹ ਨਿਊਕਲੀਅਸ ਦੇ ਇਨਸਾਈਡ ਹੈ। ਬੀਟਾ ਡਿਕੇ, ਹੁਣ ਇਲੈਕਟ੍ਰੋਨ ਡੂ ਨਾਟ ਐਗਜ਼ਿਸਟ ਇਨਸਾਈਡ ਦਾ ਨਿਊਕਲੀਅਸ ਬਟ ਦੇ ਆਰ ਪ੍ਰੋਡਿਊਸਡ ਡਿਊਰਿੰਗ ਰੇਡੀਓਐਕਟਿਵ ਡਿਸਇੰਟੀਗ੍ਰੇਸ਼ਨ ਬਾਈ ਫੋਲਿੰਗ ਰਿਐਕਸ਼ਨ। ਜਦੋਂ ਤੁਹਾਡੇ ਕੋਲ ਰੇਡੀਓਐਕਟਿਵ ਡਿਸਇੰਟੀਗ੍ਰੇਸ਼ਨ ਹੋਏਗਾ ਤਾਂ ਆਪਣੇ ਕੋਲ ਬੀਟਾ ਜਿਹੜੇ ਇਲੈਕਟ੍ਰੋਨ ਹੈ ਉਹ ਕੀ ਹੋਣਗੇ ਅਮਿਟ ਹੋਣਗੇ। ਠੀਕ ਹੈ, ਨੈਕਸਟ ਹੈਗਾ ਨਿਊਕਲੀਅਰ ਸਾਈਜ਼। ਨਿਊਕਲੀਅਰ ਸਾਈਜ਼ ਦੇ ਵਿੱਚ ਹੁਣ ਜਿਹੜਾ ਰਦਰਫੋਰਡ ਨੇ ਐਕਸਪੈਰੀਮੈਂਟ ਕੀਤਾ ਉਸ ਦੇ ਵਿੱਚ ਤੁਹਾਡੇ ਕੋਲ ਕੀ ਹੈਗਾ ਜਿਹੜਾ ਅਲਫਾ ਪਾਰਟੀਕਲ ਹੈ ਅਤੇ ਨਿਊਕਲੀਅਸ ਹੈ ਉਸ ਦਾ ਜਿਹੜਾ ਡਿਸਟੈਂਸ ਹੈ ਉਸਨੇ ਰੱਖਿਆ ਸੀ 10⁻⁻14 ਮੀਟਰ ਤੋਂ ਜ਼ਿਆਦਾ। ਠੀਕ ਹੈ, ਜੇ ਆਪਾਂ ਇਹ ਵਾਲਾ ਜਿਹੜਾ ਡਿਸਟੈਂਸ ਹੈ ਉਹ ਲੈਸ ਦੈਨ ਕਰ ਦਈਏ 10⁻14 ਮੀਟਰ ਤੋਂ, ਤਾਂ ਉੱਥੇ ਜਿਹੜੇ ਕੂਲਮਸ ਇੰਟਰੈਕਸ਼ਨ ਲੱਗ ਰਹੀਆਂ ਕੂਲਮਸ ਲਾਅ ਦੇ ਕਾਰਨ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਬਿਹੇਵੀਅਰ ਆਫ ਅਲਫਾ ਪਾਰਟੀਕਲ ਦਾ, ਬਿਕੋਜ਼ ਇਸ ਕੇਸ ਦੇ ਵਿੱਚ ਜਿਹੜਾ ਨਿਊਕਲੀਅਸ ਹੈ ਉਸ ਨੂੰ ਆਪਾਂ ਪੁਆਇੰਟ ਚਾਰਜ ਮੰਨ ਕੇ ਨਹੀਂ ਚੱਲ ਸਕਦੇ ਬਿਕੋਜ਼ ਡਿਸਟੈਂਸ ਹੈ ਜਿਹੜਾ ਸਮੋਲ ਹੋ ਜਾਏਗਾ। ਹੁਣ ਇਸ ਐਕਸਪੈਰੀਮੈਂਟ ਦੇ ਵਿੱਚ ਜਿੰਨੇ ਵੀ ਆਪਾਂ ਕੀਤੇ ਆ ਜਿਹੜਾ ਵੋਲੀਅਮ ਹੈਗਾ ਨਿਊਕਲੀਅਸ ਦਾ ਉਹ ਡਾਇਰੈਕਟਲੀ ਪ੍ਰਪੋਰਸ਼ਨ ਹੈਗਾ ਮਾਸ ਨੰਬਰ, ਮੀਨਸ ਵੀ ਡਾਇਰੈਕਟਲੀ ਪ੍ਰਪੋਰਸ਼ਨ ਟੂ ਏ। ਵੋਲੀਅਮ ਦੀ ਵੈਲਿਊ ਪੁੱਟ ਕਰਾਂਗੇ 4/3 ਪਾਈ ਆਰ ਕਿਊਬ, ਡਾਇਰੈਕਟਲੀ ਪ੍ਰਪੋਰਸ਼ਨ ਏ 4/3 ਪਾਈ ਕੌਂਸਟੈਂਟ ਹੈ ਤਾਂ ਆਰ ਦੀ ਕਿਊਬ ਡਾਇਰੈਕਟਲੀ ਪ੍ਰਪੋਰਸ਼ਨ ਹੈਗੀ ਹੈ ਏ ਦੇ, ਮੀਨਸ ਆਰ ਦੀ ਵੈਲਿਊ ਆ ਜਾਏਗੀ ਆਰ ਇਜ਼ ਇਕਸ ਟੂ R0 ਏ ਦੀ ਪਾਵਰ 1/3। R0 ਕੌਂਸਟੈਂਟ ਹੈ ਅਤੇ ਇਸ ਦੀ ਜਿਹੜੀ ਵੈਲਿਊ ਹੈ ਵੇਰੀ ਕਰੇਗੀ 1.2 ਤੋਂ ਲੈ ਕੇ 1.6 ਫਰਮੀ ਦੇ ਵਿੱਚ। ਉਸ ਤੋਂ ਬਾਅਦ ਹੈਗੀ ਨਿਊਕਲੀਅਰ ਸ਼ੇਪ। ਜਿਹੜੀ ਨਿਊਕਲੀਅਰ ਨੂੰ ਆਪਾਂ ਕੰਸੀਡਰ ਕਰਕੇ ਚੱਲਦੇ ਹਾਂ ਵੀ ਸਫੈਰੀਕਲ ਸ਼ੇਪ ਹੈ, ਜਿਵੇਂ ਉਸ ਦੀ ਜਿਹੜੀ ਡਿਸਟਰੀਬਿਊਸ਼ਨ ਆਫ ਚਾਰਜ ਹੈਗੀ ਹੈ ਨਿਊਕਲੀਅਸ ਦੇ ਵਿੱਚ ਉਹ ਸਫੈਰੀਕਲ ਸਿਮੈਟ੍ਰਿਕ ਨਹੀਂ ਹੈਗੀ, ਤਾਂ ਆਪਣੇ ਕੋਲ ਕੀ ਕਹਾਂਗੇ ਨਿਊਕਲੀਅਸ ਦੇ ਕੋਲ ਕੁਆਡਰਪਲ ਮੋਮੈਂਟਮ ਹੈ। ਨਿਊਕਲੀਅਸ ਦੀ ਜਿਹੜੀ ਸ਼ੇਪ ਹੈ ਸਫੈਰੀਕਲ, ਐਲਿਪਸਾਈਡਲ ਹੋ ਸਕਦੀ ਹੈ, ਪ੍ਰੋਲੇਟ ਹੋ ਸਕਦੀ ਹੈ ਜਾਂ ਓਬਲੇਟ ਹੋ ਸਕਦੀ ਹੈ।